ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਕਹਾਣੀ ਏ ਅਰਦਾਸ। ਰੂਪੀ ਦਾ ਮਨ ਉੱਡੂ ਉੱਡੂ ਕਰ ਰਿਹਾ ਸੀ। ਉਹ ਰੱਜੀ ਕੇ ਘਰ ਨੂੰ ਭੱਜੀ ਜਾ ਰਹੀ ਸੀ। ਉਹ ਖੁਸ਼ੀ ਹੁੰਦੀ ਆਪੇ ਮੂਹਰੇ ਬੋਲਦੀ ਜਾਂਦੀ, ਆ ਤਾਂ ਗੱਲ ਬਣ ਗਈ, ਆ ਤਾਂ ਗੱਲ ਬਣ ਗਈ। ਉਹਨੇ ਭੱਜ ਕੇ ਰੱਜੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਰੱਜੀ ਦੀ ਦਾਦੀ ਨਾਲ ਉਹ ਟਕਰਾਉਂਦੀ ਟਕਰਾਉਂਦੀ ਬਚੀ। ਧਿਆਨ ਨਾਲ ਤੁਰ ਕਮਲੀਏ। ਰੱਜੀ ਦੀ ਦਾਦੀ ਨੇ ਕਿਹਾ। ਰੂਪੀ ਚੜ੍ਹੇ ਸਾਹ ਨਾਲ ਬੋਲੀ, ਰੱਜੀ ਕਿੱਥੇ ਹੈ? ਫਿਰ ਉਸਦਾ ਕੋਈ ਉੱਤਰ ਸੁਣੇ ਬਿਨਾਂ ਉਹ ਅੰਦਰ ਦੌੜ ਗਈ। ਰੂਪੀ ਅੱਜ ਬਹੁਤ ਖੁਸ਼ ਸੀ। ਉਸਦਾ ਬਾਲ ਮਨ ਪਿਛਲੇ ਕਈ ਮਹੀਨਿਆਂ ਤੋਂ ਅਜੀਬ ਕਸ਼ਮਕਸ਼ ਦੇ ਵਿੱਚ ਦੁਖੀ ਘਿਰਿਆ ਪਿਆ ਸੀ। ਉਸਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇੱਕ ਦਿਨ ਜਦੋਂ ਸਕੂਲੋਂ ਮੁੜੀ ਤਾਂ ਉਸਨੂੰ ਪਸ਼ੂਆਂ ਵਾਲੇ ਖੁਰਲੀ ਕੋਲ ਮਿਆਂ ਮਿਆਂ ਦੀ ਆਵਾਜ਼ ਸੁਣਾਈ ਦਿੱਤੀ। ਉਸਦਾ ਧਿਆਨ ਬਦੋ-ਬਦੀ ਉਸ ਪਾਸੇ ਵੱਲ ਚਲਾ ਗਿਆ। ਉਹ ਕੀ ਦੇਖਦੀ ਹੈ ਕਿ ਇੱਕ ਕਾਲਾ ਸ਼ਾਹ ਬੱਕਰਾ ਖੁਰਲੀ ਕੋਲ ਬੰਨ੍ਹਿਆ ਆਵਾਜ਼ਾਂ ਕੱਢ ਰਿਹਾ ਹੈ। ਉਹ ਭੱਜ ਕੇ ਉਹਦੇ ਕੋਲ ਚਲੀ ਗਈ। ਉਹ ਉਸਨੂੰ ਬੜਾ ਪਿਆਰਾ ਲੱਗਿਆ। ਪਹਿਲਾਂ ਤਾਂ ਉਸਨੂੰ ਡਰ ਲੱਗਿਆ, ਫਿਰ ਉਸਨੇ ਹੱਥ ਹਿਲਾਇਆ ਤਾਂ ਬੱਕਰਾ ਬਿਲਕੁਲ ਨਾ ਡਰਿਆ ਤੇ ਨਾ ਹੀ ਹਿੱਲਿਆ। ਥੋੜ੍ਹੇ ਸਮੇਂ ਬਾਅਦ ਰੂਪੀ ਉਹਦੇ ਉੱਪਰ ਹੱਥ ਫੇਰ ਰਹੀ ਸੀ। ਦੋਵਾਂ ਦੀ ਦੋਸਤੀ ਹੋ ਗਈ ਸੀ। ਮੰਮੀ ਉਸਨੂੰ ਬੜੀ ਮੁਸ਼ਕਿਲ ਨਾਲ ਅੰਦਰ ਲੈ ਕੇ ਗਈ। ਰੂਪੀ ਨੂੰ ਘਰ ਵਿੱਚ ਖੇਡਣ ਵਾਲਾ ਨਵਾਂ ਸਾਥੀ ਮਿਲ ਗਿਆ ਸੀ। ਉਹ ਸਕੂਲੋਂ ਘਰ ਆਉਂਦੀ ਤਾਂ ਸਭ ਤੋਂ ਪਹਿਲਾਂ ਉਸ ਬੱਕਰੇ ਦੀ ਰੱਸੀ ਖੋਲ੍ਹਦੀ। ਉਸਨੇ ਉਸਦਾ ਨਾਂ ਭੋਲੂ ਰੱਖ ਲਿਆ ਸੀ। ਉਸਦੀ ਸਹੇਲੀ ਰੱਜੀ ਵੀ ਕਦੇ-ਕਦੇ ਉਹਨਾਂ ਦੀ ਖੇਡ ਵਿੱਚ ਆ ਸ਼ਾਮਿਲ ਹੁੰਦੀ। ਕਦੇ ਉਹ ਭੋਲੂ ਦੀ ਸਵਾਰੀ ਕਰ ਰਹੀ ਹੁੰਦੀ, ਕਦੇ ਭੋਲੂ ਉਹਨਾਂ ਦੇ ਢੁੱਡਾਂ ਮਾਰ ਰਿਹਾ ਹੁੰਦਾ। ਰੂਪੀ ਅੱਖ ਬਚਾ ਕੇ ਆਟੇ ਵਾਲਾ ਢੋਲ ਵਿੱਚੋਂ ਆਟੇ ਦੀ ਕੌਲੀ ਭੋਲੂ ਦੇ ਪੱਠਿਆਂ ਉੱਪਰ ਪਾ ਦਿੰਦੀ। ਕਾਲੇ ਸ਼ਾਹ ਭੋਲੂ ਦੇ ਵਾਲਾਂ ਦਾ ਰੰਗ ਹੋਰ ਚਮਕ ਉੱਠਿਆ ਸੀ। ਰੂਪੀ ਤੇ ਭੋਲੂ ਦੀ ਦੋਸਤੀ ਨੇ ਉਸਦੀ ਦਾਦੀ ਦਾ ਧਿਆਨ ਖਿੱਚਿਆ। ਰੂਪੀ ਦੇ ਪਾਪਾ ਤਾਂ ਪਹਿਲਾਂ ਵੀ ਉਸ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਸੀ। ਹੁਣ ਉਹ ਆਪਣੇ ਕੰਮ ਵਿੱਚ ਰੁੱਝੇ ਰਹਿੰਦੇ ਸੀ ਤੇ ਸਾਰੀ ਸ਼ਾਮੀ ਸ਼ਰਾਬ ਪੀਣ ਬੈਠ ਜਾਂਦੇ ਸੀ। ਮੰਮੀ ਘਰ ਦੇ ਕੰਮਾਂ ਵਿੱਚ ਉਲਝੀ ਰਹਿੰਦੀ, ਪਰ ਪਾਪਾ ਮੰਮੀ ਨਾਲ ਕਈ ਵਾਰ ਲੜ ਵੀ ਪੈਂਦੇ ਸੀ। ਰੂਪੀ ਡਰ ਕੇ ਦਾਦੀ ਦੀ ਬੁੱਕਲ ਵਿੱਚ ਆ ਲੁਕਦੀ। ਇਹੋ ਜਿਹੇ ਮੌਕੇ ਤੇ ਪਾਪਾ ਨੇ ਉਸਨੂੰ ਕਈ ਵਾਰੀ ਦੇਖ ਕੇ ਕਿਹਾ ਸੀ ਵੀ ਇਹ ਪੱਥਰ ਮਾਰਿਆ ਮੇਰੇ ਸਿਰ। ਭੋਲੂ ਦੇ ਆਉਣ ਤੋਂ ਬਾਅਦ ਹੁਣ ਪਾਪਾ ਨੇ ਵੀ ਪੀਣੀ ਘੱਟ ਕਰ ਦਿੱਤੀ ਸੀ। ਹੁਣ ਤਾਂ ਕਦੇ-ਕਦੇ ਉਹ ਰੂਪੀ ਨੂੰ ਵੀ ਆਪਣੀ ਗੋਦੀ ਬਿਠਾ ਕੇ ਪਿਆਰ ਕਰਦੇ। ਮੇਰੀ ਧੀ ਵੀਰੇ ਨਾਲ ਖੇਡਿਆ ਕਰੂ, ਉਹ ਕਈ ਵਾਰ ਲੋਰ ਵਿੱਚ ਆਏ ਆਖ ਦਿੰਦੇ। ਪਰ ਰੂਪੀ ਉਦੋਂ ਹੈਰਾਨ ਹੋ ਗਈ ਜਦੋਂ ਦਾਦੀ ਨੇ ਭੋਲੂ ਨਾਲ ਖੇਡਣ ਤੋਂ ਮਨ੍ਹਾ ਕਰ ਦਿੱਤਾ। ਰੂਪੀ ਬੜੀ ਹੈਰਾਨ ਪਰੇਸ਼ਾਨ ਸੀ ਵੀ ਦਾਦੀ ਨੇ ਉਸਨੂੰ ਕਿਉਂ ਰੋਕਿਆ। ਇੱਕ ਦਿਨ ਤਾਂ ਉਸਨੇ ਸਬਰ ਕੀਤਾ, ਪਰ ਅਗਲੇ ਦਿਨ ਉਹ ਭੋਲੂ ਨਾਲ ਫਿਰ ਖੇਡਣ ਲੱਗ ਪਈ। ਇਸ ਵਾਰ ਦਾਦੀ ਨੇ ਉਸਨੂੰ ਝਿੜਕਦੇ ਹੋਏ ਕਿਹਾ, ਕੁੜੀਏ ਤੈਨੂੰ ਰੋਕਿਆ ਸੀ, ਤੂੰ ਹਟਦੀ ਕਿਉਂ ਨਹੀਂ? ਰੂਪੀ ਇੱਕ ਵਾਰ ਤਾਂ ਡਰ ਗਈ, ਪਰ ਫਿਰ ਹੌਸਲਾ ਕਰ ਬੋਲੀ, ਬੀਜੀ ਖੇਡ ਲੈਣ ਦਿਓ, ਭੋਲੂ ਵਿਚਾਰਾ ਵੀ ਮੇਰੇ ਵੱਲ ਹੀ ਝਾਕਦਾ ਰਹਿੰਦਾ ਹੈ। ਦਾਦੀ ਦਾ ਰੁਖ ਸਖਤ ਹੋ ਗਿਆ। ਇੱਕ ਵਾਰ ਕਹਿਤਾ ਨਾ, ਨਹੀਂ ਤਾਂ ਬਸ ਨਹੀਂ ਚੱਲੂ ਇੱਥੋਂ। ਦਾਦੀ ਕੜਕੀ। ਰੂਪੀ ਦਾ ਰੋਣਾ ਨਿਕਲ ਗਿਆ। ਦਾਦੀ ਉਸਨੂੰ ਬਾਂਹ ਤੋਂ ਫੜ ਕੇ ਲੈ ਗਈ। ਰੂਪੀ ਉਸ ਸ਼ਾਮ ਰੋਂਦੀ ਰਹੀ। ਰਾਤ ਨੂੰ ਦਾਦੀ ਨੇ ਉਸਨੂੰ ਨਾਲ ਪਾ ਲਿਆ। ਉਹ ਦਾਦੀ ਨਾਲ ਰੁੱਸੀ ਰਹੀ ਤਾਂ ਦਾਦੀ ਨੇ ਕਿਹਾ, ਚੱਲੀਏ ਕੁੜੀਏ, ਦਾਦੀ ਨਾਲ ਵੀ ਕੋਈ ਰੁੱਸੀਦਾ ਹੈ? ਤਾਂ ਉਸ ਰੂਪੀ ਨੇ ਕਿਹਾ, ਦਾਦੀ ਤੁਸੀਂ ਬਹੁਤ ਗੰਦੇ ਹੋ, ਮੈਨੂੰ ਭੋਲੂ ਨਾਲ ਖੇਡਣ ਨਹੀਂ ਦਿੰਦੇ। ਦਾਦੀ ਨੇ ਲੰਬਾ ਹੌਂਕਾ ਲਿਆ ਤੇ ਨਾਲ ਹੀ ਕਿਹਾ, ਪੁੱਤ ਭੋਲੂ ਤਾਂ ਡੇਰੇ ਵਾਲੇ ਬਾਬਾ ਜੀ ਦੀ ਅਮਾਨਤ ਹੈ, ਆਪਣੇ ਕੋਲ ਤਾਂ ਕੁਝ ਦਿਨ ਮਹਿਮਾਨ ਹੈ। ਰੂਪੀ ਹੈਰਾਨ ਹੋ ਗਈ। ਇਹ ਨਵੀਂ ਗੱਲ ਸੀ। ਦਾਦੀ ਭੋਲੂ ਨੂੰ ਆਪਾਂ ਡੇਰਾ ਛੱਡ ਆਵਾਂਗੇ? ਹਾਂ ਪੁੱਤ, ਤੇਰੇ ਪਾਪਾ ਨੇ ਸੁੱਖਿਆ ਹੋਇਆ ਵੀ ਜਦੋਂ ਤੇਰਾ ਵੀਰਾ ਆਊਗਾ ਤਾਂ ਆਪਾਂ ਇਸਨੂੰ ਪ੍ਰਸ਼ਾਦ ਵਾਸਤੇ ਉੱਥੇ ਛੱਡ ਆਵਾਂਗੇ। ਰੂਪੀ ਲਈ ਇਹ ਅਚੰਭੇ ਵਾਲੀ ਗੱਲ ਸੀ। ਉਸਨੂੰ ਯਾਦ ਆਇਆ ਵੀ ਕਈ ਮਹੀਨੇ ਪਹਿਲਾਂ ਉਹ ਸਾਰੇ ਬਾਬੇ ਦੇ ਡੇਰੇ 'ਤੇ ਗਏ ਸੀ। ਉੱਥੇ ਲੋਕ ਲਾਈਨ ਵਿੱਚ ਲੱਗੇ ਬਾਬੇ ਤੋਂ ਪ੍ਰਸ਼ਾਦ ਲਈ ਜਾਂਦੇ ਸੀ। ਬਾਬੇ ਨੇ ਇੱਕ ਸੇਬ ਤੇ ਕੁਝ ਪਤਾਸੇ ਉਹਦੀ ਮਾਂ ਦੀ ਝੋਲੀ ਪਾਏ ਸੀ। ਉਸ ਦਿਨ ਪਾਪਾ ਬਹੁਤ ਖੁਸ਼ ਸੀ ਤੇ ਨਾਲ ਹੀ ਕਿਹਾ ਸੀ, ਲੈ ਬਈ ਪੁੱਤਰਾ, ਤੇਰਾ ਵੀਰਾ ਆਉਣਾ ਤੇਰੇ ਨਾਲ ਖੇਡਣ ਲਈ। ਰੂਪੀ ਨੇ ਦਾਦੀ ਨੂੰ ਪੁੱਛਿਆ, ਬੀਜੀ ਉਹ ਭੋਲੂ ਦਾ ਕੀ ਕਰਨਗੇ? ਦਾਦੀ ਇੱਕ ਵਾਰ ਤਾਂ ਚੁੱਪ ਕਰ ਗਈ। ਜਦੋਂ ਦੁਬਾਰਾ ਰੂਪੀ ਨੇ ਜ਼ੋਰ ਦਿੱਤਾ ਤਾਂ ਉਸਨੇ ਦੱਸਿਆ ਕਿ ਭੋਲੂ ਨੂੰ ਪਕਾ ਕੇ ਉਸਦਾ ਪ੍ਰਸ਼ਾਦ ਸੰਗਤਾਂ ਵਿੱਚ ਵੰਡਿਆ ਜਾਊ, ਕਿਉਂਕਿ ਬਾਬਾ ਜੀ ਦੇ ਫਲ ਨਾਲ ਸ਼ਰਤੀਆ ਮੁੰਡਾ ਹੁੰਦਾ। ਰੂਪੀ ਦਾ ਤਰਾਹ ਨਿਕਲ ਗਿਆ। ਉਹ ਭੋਲੂ ਨੂੰ ਮਾਰ ਦੇਣਗੇ? ਉਸ ਰਾਤ ਰੂਪੀ ਦੀ ਨੀਂਦ ਕਈ ਵਾਰ ਖੁੱਲੀ।
ਹਰ ਵਾਰੀ ਉਹ ਦਾਦੀ ਨਾਲ ਡਰ ਕੇ ਚਿੰਬੜ ਜਾਂਦੀ। ਹੁਣ ਉਸਨੇ ਧਿਆਨ ਦਿੱਤਾ ਵੀ ਪਾਪਾ ਜੀ ਹਰ ਰੋਜ਼ ਸਵੇਰੇ ਬਾਬਾ ਦੀ ਤਸਵੀਰ ਸਾਹਮਣੇ ਅਗਰਬੱਤੀ ਜਲਾ ਕੇ ਅਰਦਾਸ ਕਰਦੇ ਹਨ। ਇਸ ਤੋਂ ਬਾਅਦ ਰੂਪੀ ਦਾਦੀ ਤੋਂ ਅੱਖ ਬਚਾ ਕੇ ਭੋਲੂ ਨਾਲ ਥੋੜ੍ਹਾ ਬਹੁਤਾ ਖੇਡ ਲੈਂਦੀ। ਹੁਣ ਤਾਂ ਸਗੋਂ ਉਹ ਉਸਨੂੰ ਦੇਖ ਕੇ ਉਦਾਸ ਹੋ ਜਾਂਦੀ। ਉਸਦੀਆਂ ਮੋਟੀਆਂ-ਮੋਟੀਆਂ ਅੱਖਾਂ ਦੇਖ ਉਸਨੂੰ ਬੜਾ ਤਰਸ ਆਉਂਦਾ। ਉਸਨੇ ਆਪਣੀ ਇਹ ਸਮੱਸਿਆ ਆਪਣੀ ਸਹੇਲੀ ਰੱਜੀ ਨਾਲ ਸਾਂਝੀ ਕੀਤੀ ਤਾਂ ਉਹ ਵੀ ਸੋਚਾਂ ਵਿੱਚ ਡੁੱਬ ਗਈ। ਦੋਵੇਂ ਜਦੋਂ ਮਿਲਦੀਆਂ ਤਾਂ ਭੋਲੂ ਨੂੰ ਬਚਾਉਣ ਲਈ ਕੋਈ ਨਾ ਕੋਈ ਤਕਰੀਬ ਸੋਚਦੀਆਂ ਰਹਿੰਦੀਆਂ। ਇੱਕ ਦਿਨ ਰੱਜੀ ਨੇ ਆਪਣੀ ਮੰਮੀ ਨਾਲ ਗੱਲ ਸਾਂਝੀ ਕੀਤੀ ਤਾਂ ਉਹ ਉਸਨੂੰ ਭੱਜ ਕੇ ਪਈ, "ਕਿਉਂ ਪੁੱਠੇ ਪਾਸੇ ਧਿਆਨ ਕੀਤਾ? ਪੜ੍ਹਾਈ ਵੱਲ ਧਿਆਨ ਦੇ, ਹਲੇ ਤੀਜੀ ਜਮਾਤ ਵਿੱਚ ਹੈ। ਇਹ ਤੇਰੇ ਵੱਸੋਂ ਬਾਹਰੀ ਗੱਲ ਹੈ। ਇਹ ਸਾਰੀਆਂ ਗੱਲਾਂ ਰੱਬ 'ਤੇ ਛੱਡ ਦੇ।" ਰੱਜੀ ਨੂੰ ਇੱਕਦਮ ਗੱਲ ਸੁੱਝੀ। ਉਸਨੇ ਪੁੱਛਿਆ, "ਮੰਮੀ, ਰੱਬ ਬਾਬੇ ਨਾਲੋਂ ਵੱਡਾ ਹੁੰਦਾ ਹੈ?" ਮੰਮੀ ਨੇ ਕਿਹਾ, "ਹਾਂ ਪੁੱਤ, ਰੱਬ ਤਾਂ ਸਭ ਤੋਂ ਵੱਡਾ ਹੁੰਦਾ ਹੈ।" ਰੱਜੀ ਚੁੱਪ ਕਰ ਗਈ। ਥੋੜ੍ਹੇ ਸਮੇਂ ਬਾਅਦ ਰੱਜੀ ਰੂਪੀ ਕੋਲ ਪਹੁੰਚ ਗਈ। ਉਸਨੇ ਰੂਪੀ ਨੂੰ ਦੱਸ ਦਿੱਤਾ ਸੀ ਕਿ ਰੱਬ ਬਾਬੇ ਤੋਂ ਵੱਡਾ ਹੈ। ਆਪਾਂ ਰੱਬ ਕੋਲ ਅਰਦਾਸ ਕਰਾਂਗੀਆਂ ਕਿ ਉਹ ਭੋਲੂ ਨੂੰ ਬਚਾ ਲਵੇ। ਤੇ ਉਸ ਤੋਂ ਬਾਅਦ ਉਹਨਾਂ ਦੋਵਾਂ ਨੇ ਰੱਬ ਕੋਲ ਅਰਦਾਸ ਕੀਤੀ। ਅਗਲੇ ਦਿਨ ਜਦੋਂ ਪਾਪਾ ਜੀ ਨੇ ਬਾਬੇ ਦੀ ਤਸਵੀਰ ਅੱਗੇ ਅਰਦਾਸ ਕੀਤੀ ਤਾਂ ਰੂਪੀ ਨੇ ਵੀ ਭੋਲੂ ਲਈ ਰੱਬ ਅੱਗੇ ਅਰਦਾਸ ਕਰ ਦਿੱਤੀ। ਮੰਮੀ ਦੇ ਵਧੇ ਹੋਏ ਪੇਟ ਵੱਲ ਵੀ ਉਸਦਾ ਧਿਆਨ ਜਾਂਦਾ ਸੀ। ਉਸਨੂੰ ਧਿਆਨ ਆਇਆ ਵੀ ਇਸ ਤੋਂ ਪਹਿਲਾਂ ਵੀ ਮੰਮੀ ਕਈ ਵਾਰ ਮੋਟੀ ਹੋ ਜਾਂਦੀ ਸੀ ਤਾਂ ਪਾਪਾ ਉਸਨੂੰ ਹਸਪਤਾਲ ਲੈ ਜਾਂਦੇ ਸੀ ਤੇ ਉਹ ਕੰਬਦੀ ਡਿੱਗਦੀ ਪੀਲੀ ਹੋ ਮੁੜਦੀ ਸੀ ਤੇ ਉਸਨੂੰ ਕਲਾਵੇ ਵਿੱਚ ਲੈ ਕੇ ਰੋਣ ਲੱਗਦੀ ਸੀ। ਪਰ ਇਸ ਵਾਰੀ ਉਹ ਹੋਰ ਮੋਟੀ ਹੋਈ ਜਾ ਰਹੀ ਸੀ। ਲੱਗਦਾ ਬਾਬਾ ਜੀ ਕਰਕੇ ਪਾਪਾ ਉਸਨੂੰ ਹਸਪਤਾਲ ਨਹੀਂ ਲੈ ਕੇ ਗਏ ਸੀ। ਹੁਣ ਹਰ ਰੋਜ਼ ਘਰ ਵਿੱਚ 2 ਅਰਦਾਸਾਂ ਹੁੰਦੀਆਂ ਸਨ, ਪਾਪਾ ਵੱਲੋਂ ਵੀਰੇ ਲਈ ਤੇ ਉਸ ਵੱਲੋਂ ਭੋਲੂ ਲਈ। ਰੱਜੀ ਨੇ ਜਦੋਂ ਅਰਦਾਸ ਵਾਲੀ ਗੱਲ ਆਪਣੀ ਮੰਮੀ ਨੂੰ ਦੱਸੀ ਤਾਂ ਉਸਨੇ ਹੌਂਕਿਆ ਤੇ ਨਾਲ ਹੀ ਮਨ ਵਿੱਚ ਚਿਤਵਾਇਆ ਕਿ ਰੂਪੀ ਦੀ ਅਰਦਾਸ ਮਨਜ਼ੂਰ ਵੀ ਹੋ ਗਈ ਤਾਂ ਭੋਲੂ ਕਿਸੇ ਕਿਸਾਈ ਕੋਲ ਜਾਊ, ਕਿਉਂਕਿ ਬੱਕਰੇ ਦੀ ਮਾਂ ਕਿੰਨਾ ਕੁ ਦਿਨ ਖੈਰ ਮਨਾਊ। ਕਹਾਵਤ ਐਵੇਂ ਨਹੀਂ ਬਣੀ, ਪਰ ਉਹ ਬੱਚਿਆਂ ਨੂੰ ਇਹ ਦੱਸ ਕੇ ਦੁਖੀ ਨਹੀਂ ਕਰਨਾ ਚਾਹੁੰਦੀ ਸੀ। ਰੂਪੀ ਇੱਕ ਦਿਨ ਜਦੋਂ ਸਕੂਲ ਗਈ ਤਾਂ ਵਾਪਸ ਆ ਕੇ ਦੇਖਿਆ ਮੰਮੀ ਪਾਪਾ ਘਰ ਨਹੀਂ ਸੀ। ਉਸਨੇ ਦਾਦੀ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਉਸ ਲਈ ਵੀਰਾ ਲੈਣ ਲਈ ਹਸਪਤਾਲ ਗਏ ਹਨ। ਅਗਲੇ ਦਿਨ ਦਾਦੀ ਉਸਨੂੰ ਸਕੂਲ ਛੱਡ ਕੇ ਚਲੀ ਗਈ। ਜਦੋਂ ਉਹ ਘਰ ਵਾਪਸ ਆਏ ਤਾਂ ਸਾਰੇ ਘਰ ਸਨ। ਮੰਮੀ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਪਿਆ, ਪਰ ਉਹ ਰੋ ਰਹੀ ਸੀ। ਪਾਪਾ ਜੀ ਸਾਹਮਣੇ ਕਮਰੇ ਵਿੱਚ ਬੈਠੇ ਸ਼ਰਾਬ ਪੀ ਜਾਂਦੇ ਸੀ। ਦਾਦੀ ਬਾਹਰ ਮੰਜੇ 'ਤੇ ਸਿਰ ਫੜੀ ਬੈਠੀ ਸੀ। ਰੂਪੀ ਨੇ ਦੇਖਿਆ ਕਿ ਕੋਈ ਕੁਝ ਨਹੀਂ ਬੋਲ ਰਿਹਾ। ਉਹ ਅੰਦਰ ਕਾਕੇ ਨੂੰ ਦੇਖ ਆਈ ਸੀ। ਉਹ ਭੱਜ ਕੇ ਖੁਰਲੀ ਕੋਲ ਭੋਲੂ ਨੂੰ ਦੇਖਣ ਗਈ। ਉਹ ਆਰਾਮ ਨਾਲ ਆਪਣੇ ਬੱਠਲ ਵਿੱਚ ਪੱਠੇ ਖਾਈ ਜਾਂਦਾ ਸੀ। ਉਹ ਰੂਪੀ ਨੂੰ ਦੇਖ ਕੇ ਮਿਆਂਕਿਆ। ਉਸਨੇ ਪਿਆਰ ਨਾਲ ਉਸਦੇ ਸਿਰ 'ਤੇ ਹੱਥ ਫੇਰਿਆ, ਪਰ ਉਸਦਾ ਬਾਲ ਮਨ ਭੋਲੂ ਲਈ ਬਹੁਤ ਫਿਕਰਮੰਦ ਸੀ। ਰੂਪੀ ਫੇਰ ਦਾਦੀ ਕੋਲ ਗਈ ਤੇ ਬੋਲੀ, "ਬੀਜੀ, ਵੀਰਾ ਆ ਗਿਆ ਹੁਣ? ਪਾਪਾ ਭੋਲੂ ਨੂੰ ਡੇਰੇ ਚੜ੍ਹਾ ਆਉਣਗੇ?" ਬੀਜੀ ਨੇ ਸਿਰ ਉੱਪਰ ਚੁੱਕਿਆ, "ਤੈਨੂੰ ਇਸ ਔਂਤਰੇ ਦੀ ਪਈ ਐ।" ਉੱਧਰ ਰੱਬ ਨੇ ਇੱਕ ਹੋਰ ਪੱਥਰ ਮੇਰੇ ਪੁੱਤ ਦੇ ਮੱਥੇ 'ਤੇ ਮਾਰਿਆ। ਫਿਰ ਉਹਨਾਂ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ ਤੇ ਰੋਂਦੇ ਲਹਿਜੇ ਵਿੱਚ ਸ਼ਿਕਵਾ ਕੀਤਾ, "ਮੈਂ ਤਾਂ ਬਥੇਰਾ ਪਿੱਟੀ ਵੀ, ਪਹਿਲਾਂ ਵਾਂਗ ਟੈਸਟ ਕਰਵਾ ਲੈ।" ਪਰ ਉਹ ਬੂਥਣੇ ਤੇ ਬਚਨਾਂ 'ਤੇ ਪੱਕਾ ਰਿਹਾ। "ਹਾਏ ਵੇ ਮੇਰਿਆ ਪੁੱਤਾ, ਕਿਵੇਂ ਚੁੱਕੇਂਗਾ ਇੰਨਾ ਭਾਰ?" ਰੂਪੀ ਡੋਰ ਭੋਰ ਖੜੀ ਰਹੀ। ਉਸਦੇ ਹਾਲੇ ਵੀ ਗੱਲ ਸਮਝ ਨਹੀਂ ਲੱਗੀ। ਉਹ ਭੱਜ ਕੇ ਮੰਮੀ ਕੋਲ ਅੰਦਰ ਗਈ। "ਮੰਮੀ, ਵੀਰਾ ਆ ਗਿਆ?" ਤਾਂ ਮੰਮੀ ਨੇ ਮਰਿਆ ਜਿਹਾ ਬੋਲ ਕੱਢੇ, "ਨਹੀਂ ਪੁੱਤ, ਭੈਣ ਆਈ ਹੈ।" ਰੂਪੀ ਨੇ ਗੁਲਾਬੀ ਆਪਣੀ ਛੋਟੀ ਭੈਣ ਨੂੰ ਦੇਖਿਆ ਤਾਂ ਮੰਮੀ, "ਹੁਣ ਭੋਲੂ ਨੂੰ ਪਾਪਾ ਡੇਰੇ ਛੱਡ ਆਉਣਗੇ?" ਮੰਮੀ ਨੇ ਨਾਂ ਵਿੱਚ ਸਿਰ ਹਿਲਾਇਆ। "ਨਹੀਂ ਪੁੱਤ, ਤੇਰੇ ਭੋਲੂ ਦਾ ਪਤਾ ਨਹੀਂ ਕਦੋਂ ਤੱਕ ਬਚੂ, ਪਰ ਉਸ ਕਰਮਾਂ ਵਾਲੇ ਨੇ ਇੱਕ ਜਿੰਦ ਜ਼ਰੂਰ ਬਚਾ ਦਿੱਤੀ। ਜਿੱਥੇ ਇਨਸਾਨ ਆਪਣੇ ਬੱਚੇ ਨੂੰ ਕਤਲ ਕਰਨ ਤੋਂ ਨਹੀਂ ਹਟਦਾ, ਉੱਥੇ ਤੇਰੇ ਭੋਲੂ ਜਾਨਵਰ ਹੋ ਕੇ ਵੀ ਇੱਕ ਬੱਚੀ ਦੀ ਜਾਨ ਬਚਾਉਣ ਵਾਲਾ ਹੋ ਨਿਬੜਿਆ। ਲੱਗਦਾ ਜਾਨਵਰ ਤੇ ਇਨਸਾਨ ਦਾ ਜਾਮਾ ਬਦਲ ਗਿਆ।" ਇੰਨਾ ਕਹਿੰਦੇ ਉਸਦੀ ਮੰਮੀ ਨੇ ਨਾਲ ਪਈ ਉਸਦੀ ਭੈਣ ਨੂੰ ਸੀਨੇ ਨਾਲ ਲਾ ਲਿਆ। ਮੰਮੀ ਦੀ ਗੱਲ ਭਾਵੇਂ ਉਸਨੂੰ ਬਹੁਤੀ ਸਮਝ ਤਾਂ ਨਹੀਂ ਆਈ,
ਪਰ ਉਹ ਸਮਝ ਗਈ ਭੋਲੂ ਬਚ ਗਿਆ। ਉਸੇ ਸਮੇਂ ਰੱਜੀ ਵੱਲ ਭੱਜ ਉੱਠੀ। ਉਸਨੇ ਰੱਜੀ ਨੂੰ ਕੋਠੇ 'ਤੇ ਜਾ ਲੱਭਿਆ ਤੇ ਜੱਫੀ ਪਾਉਂਦੇ ਕਿਹਾ, ਰੱਜੀ, ਭੋਲੂ ਬਚ ਗਿਆ। ਰੱਬ ਜੀ ਨੇ ਆਪਣੀ ਅਰਦਾਸ ਸੁਣ ਲਈ। ਧੰਨਵਾਦ ਜੀ। ਜੇ ਤੁਹਾਨੂੰ ਮੇਰੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਵਧੀਆ ਕਹਾਣੀਆਂ ਸੁਣਨ ਲਈ। ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ।